ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਜਹ ਤੋ ਕੋ ਦਿਓ, ਤਾਂ ਸਿਉ ਨੇਹ ਨਾ ਕੀਨਾ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨਾ। ਤਨ ਧਨ ਸੰਪੈ ਸੁਖ ਦਿਓ, ਅਰ ਜਹ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨ ਰਾਮ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਅਸੀਂ ਸਾਰੇ ਹਫ਼ਤਾਵਾਰੀ ਦੀਵਾਨ ਦੇ ਵਿੱਚ ਇਕੱਤਰ ਹੋ ਕੇ ਗੁਰਬਾਣੀ ਦਾ ਪਾਠ ਸ਼ਰਵਣ ਕਰ ਰਹੇ ਸਾਂ। ਸਤਿਕਾਰਯੋਗ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 57 ਸ਼ਲੋਕਾਂ ਦੀ ਲੜੀ ਵਿੱਚ 7 ਅਤੇ 8 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਅਸੀਸ ਸਦਕਾ ਪਾਵਨ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਸਕੀਏ। ਪ੍ਰਾਰੰਭ ਤੋਂ ਪਹਿਲਾਂ ਗੁਰਦੇਵ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਬਾਰਕ ਸ਼ਲੋਕ ਦੇ ਵਿੱਚ ਮਨੁੱਖੀ ਜੀਵਨ ਦੇ ਡਗਮਗਾਉਣ ਦਾ, ਡੋਲਣ ਦਾ, ਆਤੁਰ ਜੇ ਹੋ ਕੇ ਘਬਰਾਉਣ ਦਾ ਕਾਰਨ ਦੱਸਿਆ। ਦੂਜੀ ਪੰਕਤੀ ਦੇ ਵਿੱਚ ਜ਼ਿਕਰ ਆਇਆ, ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਬਈ ਹੁਣ ਆਤੁਰ ਹੋ ਕੇ, ਨਿਮਾਣਾ ਜਾ ਹੋ ਕੇ ਘਬਰਾਹਟ ਵਿੱਚ ਕਿਉਂ ਹੈ, ਕਿਉਂ ਡੋਲਦਾ ਹੈ, ਕਿਉਂ ਘਬਰਾਉਂਦਾ ਹੈ, ਕਿਉਂ ਪਰੇਸ਼ਾਨੀ ਦੇ ਵਿੱਚ ਹੈ। ਇਹਦਾ ਕਾਰਨ ਸਮਝ। ਗੁਰੂ ਮਹਾਰਾਜ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਸਲਾਹ ਤੇ ਮਸ਼ਵਰਾ ਦਿੰਦੇ ਆਖਿਆ, ਤਨ ਧਨ ਜਹ ਤੋ ਕੋ ਦਿਓ। ਤਨ ਤੋਂ ਭਾਵ ਹੁੰਦਾ ਹੈ ਸਰੀਰ। ਧਨ ਤੋਂ ਭਾਵ ਹੈ ਜੋ ਤਨ ਦੇ ਰਾਹੀਂ ਸਰਮਾਇਆ ਪੈਦਾ ਕੀਤਾ ਜਾਂਦਾ ਹੈ। ਧਨ ਜਿਹਨੂੰ ਅਸੀਂ ਸਰਮਾਇਆ ਕਹਿੰਦੇ ਹਾਂ, ਜਾਇਦਾਦ ਹੈ, ਜੋ ਵੀ ਸਹੂਲਤਾਂ ਹਨ, ਹੈ ਸਾਰੀਆਂ ਤਨ ਦੇ ਕਰਕੇ ਹੀ ਨੇ। ਅਸੀਂ ਸਹੂਲਤਾਂ ਤਨ ਉੱਤੇ ਵੀ ਯੂਜ਼ ਕਰਦੇ ਹਾਂ ਔਰ ਤਨ ਦੇ ਰਾਹੀਂ ਹੀ ਉਹ ਸਾਰੀਆਂ ਬਣਾਉਂਦੇ ਹਾਂ, ਪੈਦਾ ਕਰਦੇ ਹਾਂ। ਇਹਦਾ ਅਰਥ ਹੈ ਕਿ ਜਿਹੜਾ ਮੁੱਢ ਹੈ ਧਨ ਦਾ, ਸੰਪਰਦਾ ਦਾ, ਮਾਇਆ ਦਾ, ਹਰ ਇੱਕ ਵਸਤ ਦਾ ਜਿਹੜਾ ਮੂਲ ਸਰੋਤ ਹੈ ਉਹ ਤਨ ਹੀ ਹੈ, ਬੋਡੀ, ਸਰੀਰ ਹੈ। ਗੁਰੂ ਮਹਾਰਾਜ ਨੇ ਆਖਿਆ, ਜਿੰਨੇ ਤੈਨੂੰ ਸਰੀਰ ਦਿੱਤਾ, ਸਰੀਰ ਦੇ ਰਾਹੀਂ ਤੂੰ ਮਿਹਨਤ ਉਦਮ ਕਰਕੇ
ਇੰਨਾ ਧਨ ਇਕੱਠਾ ਕਰ ਲਿਆ। ਤਨ ਧਨ ਜਹ ਤੋ ਕੋ ਦਿਓ, ਜਿਨੇ ਤੈਨੂੰ ਦਿੱਤਾ ਤਾਂ ਸਿਉ ਨੇਹ ਨਾ ਕੀਨ। ਉਹਦੇ ਨਾਲ ਨੇ ਨਹੀਂ ਰੱਖਿਆ, ਪਿਆਰ ਨਹੀਂ ਰੱਖਿਆ, ਸਰੋਕਾਰੀ ਨਹੀਂ ਰੱਖਿਆ, ਤੇ ਮੁੜ ਕੇ ਤੇਰੀ ਘਬਰਾਹਟ, ਤੇਰੇ ਆਤੁਰ ਹੋ ਕੇ ਪਰੇਸ਼ਾਨ ਹੋਣ ਦਾ ਤੂੰ ਆਪ ਕਾਰਨ ਜਾਣ ਵੀ ਨਹੀਂ ਪਾ ਰਿਹਾ। ਮਹਾਰਾਜ ਕਹਿੰਦੇ ਨੇ ਕਾਰਨ ਇਹੀ ਹੈ, ਨਾ ਸ਼ੁਕਰੇ ਹੋ ਜਾਣਾ ਇਹ ਸਭ ਤੋਂ ਵੱਡੀ ਅਲਾਮਤ ਹੈ ਜ਼ਿੰਦਗੀ ਦੇ ਵਿੱਚ, ਕਿ ਸਭ ਕੁਝ ਵਰਤ ਕੇ ਹੰਢਾ ਕੇ ਵੀ ਬੰਦਾ ਮੁਨਕਰ ਹੋ ਜਾਏ ਕਿ ਮੈਨੂੰ ਕਿਹਨੇ ਦਿੱਤਾ ਹੈ, ਇਹ ਸਭ ਕੁਝ ਮੇਰੀ ਕਾਢ ਹੈ, ਮੇਰੀ ਮਿਹਨਤ ਹੈ, ਮੈਂ ਆਪਣੇ ਸਰੀਰ ਦੇ ਰਾਹੀਂ, ਆਪਣੇ ਉਦਮ ਦੇ ਰਾਹੀਂ ਸਭ ਕੁਝ ਪੈਦਾ ਕੀਤਾ ਹੈ। ਗੁਰੂ ਮਹਾਰਾਜ ਜੀ ਨੇ ਆਖਿਆ ਕਿ ਸ਼ੁਕਰ ਹੋਣਾ ਜ਼ਿੰਦਗੀ ਦੇ ਵਿੱਚ ਬੇਹੱਦ ਜ਼ਰੂਰੀ ਹੈ, ਸ਼ੁਕਰ ਹੋਣਾ ਬੜਾ ਲਾਜ਼ਮੀ ਹੈ। ਫਿਰ ਭਾਵੇਂ ਥੋੜਾ ਹੋਵੇ ਬਹੁਤਾ ਹੋਵੇ। ਕਈ ਵਾਰੀ ਤਾਂ ਇੱਦਾਂ ਹੋਇਆ ਕਿ ਤਨ ਤੇ ਧਨ ਮਿਲ ਗਿਆ, ਜੇ ਉੱਥੇ ਸ਼ੁਕਰ ਨਹੀਂ ਹੋਇਆ, ਉੱਥੇ ਨੇਹ ਨਹੀਂ ਹੈ, ਧਿਆਨ ਨਹੀਂ ਹੈ, ਕਿਹਨੇ ਦਿੱਤਾ, ਕਿਉਂ ਦਿੱਤਾ, ਅਗਰ ਵਜ੍ਹਾ ਨਹੀਂ ਲੱਭ ਰਹੀ, ਇਹ ਸੁਭਾਵਕ ਹੈ। ਜਦੋਂ ਮਿਲੇ ਹੋਏ ਧਨ ਪਦਾਰਥਾਂ ਦੇ ਵਿੱਚ ਘਾਟਾ ਵਾਧਾ ਹੋਏਗਾ ਤੇ ਬੰਦਾ ਘਬਰਾਏਗਾ ਹੀ ਘਬਰਾਏਗਾ। ਉਹਦੇ ਹੱਥੋਂ ਜਦੋਂ ਕੁਝ ਜਾਏਗਾ, ਜਦੋਂ ਕੁਝ ਖੁੱਸਦਾ ਵੇਖੇਗਾ ਬੰਦਾ, ਤਨ ਨਿਢਾਲ ਹੁੰਦਾ ਵੇਖੇਗਾ, ਧਨ ਹੱਥੋਂ ਜਾਂਦਾ ਵੇਖੇਗਾ, ਤੇ ਉਦੋਂ ਦੁਖੀ ਹੋਣਾ ਹੀ ਹੋਣਾ ਹੈ। ਜੇ ਸਹੂਲਤਾਂ ਦੇ ਵੇਲੇ, ਸਾਧਨਾ ਦੇ ਵੇਲੇ ਸ਼ੁਕਰ ਨਹੀਂ ਹੈ ਤੇ ਸੁਭਾਵਕ ਹੈ ਘਾਟੇ ਵੇਲੇ ਦੁੱਖ ਇਕੱਠਾ ਹੋ ਜਾਏਗਾ। ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਬੰਦੇ ਦੇ ਦੁੱਖ ਤੇ ਸੁੱਖ ਦੀ ਵਜ੍ਹਾ ਬੜੀ ਸਪਸ਼ਟ ਰੂਪ ਵਿੱਚ ਦੱਸੀ ਹੈ। ਦੁੱਖ ਸੁੱਖ ਇਸ ਮਨ ਕੀ ਬ੍ਰਿਥਾ। ਦੁੱਖ ਸੁੱਖ ਬੰਦੇ ਦੇ ਮਨ ਦੀ ਅਵਸਥਾ ਹੈ, ਜਿੱਦਾਂ ਦਾ ਅਸੀਂ ਮਹਿਸੂਸ ਕਰਦੇ ਹਾਂ। ਅਸੀਂ ਜੋ ਆਪਣੇ ਮਨ ਤੇ ਹੰਢਾ ਰਹੇ ਹੁੰਨੇ ਹਾਂ ਅੰਦਰੋਂ ਦੀ, ਅਸੀਂ ਅਸਲ ਵਿੱਚ ਉਹ ਹੋਈ ਉਦੋਂ ਹੁੰਨੇ ਹਾਂ ਜੋ ਅੰਦਰੋਂ ਬੰਦਾ ਫੀਲ ਕਰ ਰਿਹਾ ਹੁੰਦਾ ਹੈ, ਅੰਦਰੋਂ ਹੰਢਾ ਰਿਹਾ ਹੁੰਦਾ ਹੈ, ਉਹਨੂੰ ਵਰਤ ਰਿਹਾ ਹੁੰਦਾ ਹੈ। ਅੰਦਰ ਬੰਦਾ ਕੀ ਹੈ ਅਸਲ ਦੇ ਵਿੱਚ, ਉੱਦਾਂ ਦਾ ਉਹਦਾ ਉਹ ਪ੍ਰੈਜ਼ੈਂਟ ਹੁੰਦਾ ਹੈ। ਉਹ ਬਾਹਰੀ ਸਹੂਲਤਾਂ ਦੇ ਵਿੱਚ ਕਿੰਨਾ ਕੁ ਬੈਠਾ ਹੋਇਆ ਹੈ, ਇਹ ਮੈਟਰ ਨਹੀਂ ਕਰਦਾ ਕਿ ਉਹਦੇ ਕੋਲ ਸਾਧਨ ਕਿੰਨੇ ਨੇ। ਬੰਦਾ ਹੈ ਕਿ ਅੰਦਰੋਂ ਮਨ ਅਗਰ ਦੁੱਖ ਹੰਢਾ ਰਿਹਾ ਤੇ ਉਸ ਸਾਧਨਾ ਦੇ ਵਿੱਚ ਵੀ ਉਹ ਦੁਖੀ ਵੀ ਬੈਠਾ ਹੋਇਆ। ਸਹੂਲਤਾਂ ਦੇ ਵਿੱਚ ਵੀ ਬੰਦਾ ਅੰਦਰੋਂ ਦੀ ਦੁਖੀ, ਕਿਉਂਕਿ ਮਨ ਤੇ ਸਾਰੀ ਗੱਲ ਡਿਪੈਂਡ ਕਰਦੀ ਹੈ। ਸਹੂਲਤਾਂ ਹੁੰਦਿਆਂ ਵੀ ਮਨ ਹੋਰ ਪਾਸੇ ਹੈ, ਮਨ ਪਰੇਸ਼ਾਨ ਹੈ, ਮਨ ਦੁਖੀ ਹੈ। ਸਹੂਲਤਾਂ ਬੰਦੇ ਨੂੰ ਸੁੱਖ ਨਹੀਂ ਦੇ ਪਾਉਣਗੀਆਂ, ਅੰਬਾਰ ਲੱਗ ਜਾਣ ਭਾਵੇਂ। ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹੋਗੇ, ਉੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਕਈ ਕੋਟ ਕੀਏ ਧਨਵੰਤ। ਕੋਟ ਦਾ ਅਰਥ ਹੈ ਕਈ ਕਰੋੜ ਬੰਦੇ, ਭਾਵ ਅਨੇਕਾਂ ਕੀਏ ਧਨਵੰਤ, ਧਨਵਾਨ ਨੇ। ਪਰ ਅਗਲੀ ਪੰਕਤੀ ਚ ਆਖਿਆ, ਕਈ ਕੋਟ ਮਾਇਆ ਮੈਂ ਚਿੰਤ। ਪਰ ਉਹ ਚਿੰਤਾ ਦੇ ਵਿੱਚ ਵੀ ਨੇ, ਪਰੇਸ਼ਾਨ ਨੇ, ਸਟ੍ਰੈਸ ਹੈ, ਡਿਪਰੈਸ਼ਨ ਹੈ, ਅਲਾਮਤ ਸਹੇੜ ਰਹੇ ਨੇ, ਅੰਦਰੋਂ ਦੀ ਦੁਖੀ ਨੇ, ਮਨ ਪਰੇਸ਼ਾਨ ਹੈ। ਕਿਉਂਕਿ ਬੰਦਾ ਜੋ ਅੰਦਰ ਜੀ ਰਿਹਾ ਅਸਲ ਦੇ ਵਿੱਚ ਮਨ ਦੀ ਅਵਸਥਾ ਹੈ, ਔਰ ਉਹ ਯਕਦਮ ਨਹੀਂ ਬਣ ਜਾਂਦੀ। ਉਹਦਾ ਕੋਈ ਇਨਵਾਇਰਮੈਂਟ ਸਿਰਜਿਆ ਗਿਆ ਹੈ, ਉਹਦੀ ਕਿਸੇ ਖਾਸ ਚੀਜ਼ ਨਾਲ ਅਟੈਚਮੈਂਟ ਹੋਈ। ਜਦੋਂ ਵੀ ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਔਰ ਉਹ ਰਹੀ ਨਹੀਂ, ਜਦੋਂ ਜਾਏਗੀ ਤੇ ਉਹਦੇ ਮਗਰੋਂ ਦੀ ਬੰਦਾ ਦੁਖੀ ਹੋਏਗਾ। ਜਦੋਂ ਬੰਦਾ ਪਹਿਲਾਂ ਹੀ ਪ੍ਰਪੇਅਰ ਹੋ ਜਾਏ ਕਿ ਜਿਹੜੀ ਮਿਲੀ ਹੋਈ ਚੀਜ਼ ਹੈ ਇਹ ਕਿਸੇ ਦੇ ਰਾਹੀਂ ਮਿਲੀ ਹੈ, ਕਿਉਂ ਮਿਲੀ ਹੈ ਉਹਦੀ ਵਜ੍ਹਾ ਜਾਣ ਲਵੇ, ਸ਼ੁਕਰ ਕਰੇ, ਪਰ ਮਨ ਤੌਰ ਤੇ ਪ੍ਰਪੇਅਰ ਰਵੇ ਕਿ ਇਹ ਜਿੰਨੇ ਦਿੱਤੀ ਉਹ ਲੈ ਵੀ ਸਕਦਾ, ਜਿੰਨੇ ਦਿੱਤੀ ਹੈ ਉਹ ਲੈ ਵੀ ਸਕਦਾ। ਬਾਣੀ ਆਖਦੀ ਨਾ, ਪਰਾਈ ਅਮਾਨਤ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਜਦੋਂ ਪਤਾ ਕਿ ਹੈ ਹੀ ਪਰਾਈ ਅਮਾਨਤ ਹੈ। ਉਦਾਹਰਨ ਤੌਰ ਤੇ ਕਲਗੀਧਰ ਮਹਾਰਾਜ ਦੇ ਕੋਲ ਸਾਹਿਬਜ਼ਾਦੇ ਨੇ, ਜਿਵੇਂ ਸਾਡੇ ਕੋਲ ਵੀ ਔਲਾਦ ਹੁੰਦੀ ਹੈ, ਔਰ ਕਿਉਂਕਿ ਗੁਰੂ ਸਾਡੇ ਲਈ ਇੱਕ ਐਗਜ਼ਾਮਪਲ ਹੈ, ਰੋਲ ਮਾਡਲ। ਅਸੀਂ ਗੁਰੂ ਨੂੰ ਕਿਉਂ ਆਪਣਾ ਬਣਾਉਂਦੇ ਹਾਂ, ਕਿਉਂ ਅਸੀਂ ਗੁਰੂ ਦੀਆਂ ਹੀ ਬਾਤਾਂ ਪਾਉਂਦੇ ਹਾਂ। ਅਸੀਂ ਅਰਦਾਸ ਕਰਨ ਵੇਲੇ ਆਪਣੀਆਂ ਮੰਗਾਂ ਤੇ ਆਪਣੀਆਂ ਡਿਮਾਂਡਾਂ ਦੀ ਲਿਸਟ ਰੱਖਣ ਤੋਂ ਪਹਿਲਾਂ ਜੋ ਪੜ੍ਹ ਕੇ ਕਹਿੰਦੇ ਆ ਨਾ, ਬੋਲੋ ਜੀ ਵਾਹਿਗੁਰੂ, ਉਹ ਉਦਾਹਰਨਾਂ ਹੀ ਤਾਂ ਹੁੰਦੀਆਂ ਨੇ। ਚਰਖੜੀਆਂ ਤੇ ਚੜੇ, ਬੰਦ ਕਟਾਏ ਗਏ। ਅਸੀਂ ਸ਼ਾਬਾਸ਼ ਸਿੰਘ, ਸੁਬੇਗ ਸਿੰਘ ਨੂੰ ਕਿੱਥੇ ਲੈ ਆਏ ਅਰਦਾਸ ਦੇ ਵਿੱਚ?
ਉਹ ਤਾਂ ਚਰਖੜੀ ਤੇ ਚੜ ਕੇ ਲਹੂ ਲੁਹਾਨ ਹੋ ਗਏ। ਪਿਓ ਤੇ ਪੁੱਤਰ ਦੀ ਗੱਲ ਅਰਦਾਸ ਵਿੱਚ ਕਿਵੇਂ ਸ਼ਾਮਲ ਹੋ ਗਈ? ਬੰਦ ਕਟਾਏ, ਜਾਂ ਅਸੀਂ 4 ਸਾਹਿਬਜ਼ਾਦੇ 5 ਪਿਆਰੇ, ਇਹ ਕਿਉਂ ਸੁਰਤ ਵਿੱਚ ਰਿਪੀਟ ਕਰ ਰਹੇ ਹਾਂ ਅਰਦਾਸ ਦੇ ਵੇਲੇ? ਉਹਦੀ ਇੱਕ ਵਜ੍ਹਾ ਹੈ ਅਸਲ ਦੇ ਵਿੱਚ। ਭਾਵੇਂ ਕਿ ਕੁਝ ਅੱਜ ਰਸਮ ਬਣ ਚੁੱਕੀਆਂ ਨੇ, ਚਲੋ ਹੁਣ ਆਹ ਕੰਮ ਹੋ ਗਿਆ, ਉਹਦੇ ਬਾਅਦ ਹੁਣ ਆਹ ਹੋਣਾ ਹੈ, ਰਸਮ ਅਦਾ ਹੋ ਜਾਣੀ ਚਾਹੀਦੀ ਹੈ। ਰਸਮਾਂ ਬਣ ਗਈਆਂ ਤੇ ਰਸਮਾਂ ਦੇ ਵਿੱਚ ਅਸੀਂ ਸਾਰੇ ਹੀ ਹਾਜ਼ਰ ਹੁੰਨੇ ਆ, ਪਰ ਰਸਮੋ ਰਸਮੀ ਕੰਮ ਚੱਲ ਰਹੇ ਹੁੰਦੇ ਨੇ, ਸਾਨੂੰ ਵਜ੍ਹਾ ਨਾ ਪਤਾ ਲੱਗੇ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਅਸਲ ਦੇ ਵਿੱਚ। ਬਈ ਅਰਦਾਸ ਵਿੱਚ ਅਗਰ 10 ਪਾਤਸ਼ਾਹੀਆਂ ਦੇ ਨਾਮ ਆ ਰਹੇ ਨੇ, 5 ਪਿਆਰੇ, 4 ਸਾਹਿਬਜ਼ਾਦਿਆਂ ਦਾ ਜ਼ਿਕਰ ਆ ਰਿਹਾ ਹੈ, ਜਿਨ੍ਹਾਂ ਸਿੰਘਾਂ ਸਿੰਘੜੀਆਂ ਦੀਆਂ ਅਸੀਂ ਕਿਤਾਬਾਂ ਖੋਲ ਰਹੇ ਹਾਂ, ਇਤਿਹਾਸ ਦੇ ਵਰਕੇ ਫੋਲ ਰਹੇ ਹਾਂ, ਇੱਥੇ ਬੰਦ ਕਟਾਉਣ ਵਾਲੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲਿਆਂ ਦੀ ਜ਼ਿਕਰ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ, ਤੇ ਇਹਦੀ ਵਜ੍ਹਾ ਕੀ ਹੈ? ਕਿ ਅਸੀਂ ਗੁਰੂ ਨੂੰ ਸੁਣਾ ਰਹੇ ਹਾਂ? ਕੀ ਇਹ ਸਾਰੇ ਇਤਿਹਾਸ ਦੇ ਵਰਕੇ ਅਸੀਂ ਰੱਬ ਨੂੰ ਸੁਣਾ ਰਹੇ ਹਾਂ ਖੜ ਕੇ ਅਰਦਾਸ ਦੇ ਵਿੱਚ? ਅਸਲ ਦੇ ਵਿੱਚ ਅਰਦਾਸ ਦਾ ਮਤਲਬ ਹੀ ਇਹ ਹੈ, ਅਰਦਾਸ ਦਾ ਮਾਇਨਾ ਹੀ ਹੈ ਕਿ ਤੂੰ ਇੱਕ ਵਾਰ ਗੁਰੂ ਦੇ ਅੱਗੇ ਖਲੋ ਕੇ ਆਪਣੇ ਬਜ਼ੁਰਗਾਂ ਦੀ, ਆਪਣੇ ਪੂਰਵਜਾਂ ਦੀ, ਆਪਣੇ ਵੱਡ ਵਡੇਰਿਆਂ ਦੀ ਉਹ ਜੀਵਨ ਸ਼ੈਲੀ ਨੂੰ ਇੱਕ ਵਾਰੀ ਰਿਪੀਟ ਕਰ ਲੈ, ਇੱਕ ਵਾਰ ਰਿਪੀਟ ਕਰ ਲੈ। ਹੁਣ ਤੂੰ ਜੋ ਬਾਅਦ ਵਿੱਚ ਮੰਗਣ ਜਾ ਰਿਹਾ, ਤੈਨੂੰ ਸਮਝ ਆ ਜਾਏਗੀ ਕਿ ਕੀ ਉਹਦੇ ਵਿੱਚ ਸੁੱਖ ਹੈ ਜੇ ਤੂੰ ਲਿਸਟ ਲਈ ਫਿਰਦਾ ਹੈ, ਸਮਝ ਆ ਜਾਏਗੀ ਇਹ ਗੱਲ ਦੀ। ਪਰ ਪ੍ਰੋਬਲਮ ਇਹ, ਅਸੀਂ ਹਰ ਇੱਕ ਪਹਿਰੇ ਬਾਅਦ ਬੋਲਣਾ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ ਕਹਿ ਰਹੇ ਹਾਂ, ਪਰ ਬਾਅਦ ਵਿੱਚ ਉੱਥੇ ਖੜੇ ਆ ਕਿ ਬਈ ਕੰਨ ਉਸ ਪਾਸੇ ਲੱਗੇ ਨੇ, ਭਾਈ ਸਾਹਿਬ ਨੇ ਮੇਰਾ ਨਾਂ ਲਿਆ ਹੈ ਜਾਂ ਨਹੀਂ ਲਿਆ, ਔਰ ਵਿਦ ਲਾਸਟ ਨੇਮ ਸਮੇਤ ਲਿਆ ਹੈ ਜਾਂ ਨਹੀਂ ਲਿਆ, ਪਤਾ ਕਿੱਦਾਂ ਲੱਗੇਗਾ? ਮੰਨ ਲਓ ਉਦਾਹਰਨ ਤੌਰ ਤੇ ਅਮਰਜੀਤ ਸਿੰਘ ਦੇ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਹੈ। ਹੁਣ ਅਮਰਜੀਤ ਸੋਚਦਾ ਹੈ ਕਿ ਬਈ ਹੋਰ ਵੀ ਹੋ ਸਕਦੇ ਨੇ ਸੰਗਤ ਵਿੱਚ ਅਮਰਜੀਤ। ਖਿਮਾ ਕਰਿਓ ਜੇ ਮੈਂ ਕਹਿਣ ਤੋਂ ਇਹ ਗੁਰੇਜ਼ ਸੰਕੋਚ ਨਹੀਂ ਕਰਨਾ। ਸੱਚ ਇਹ ਹੈ, ਅਰਦਾਸ ਤਾਂ ਹੀ ਨਹੀਂ ਪੂਰੀ ਹੋ ਰਹੀ ਤੇ ਨਾ ਤਾਂ ਮਾਣੀ ਜਾ ਰਹੀ ਹੈ। ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ, ਪਰ ਮਸਲਾ ਹੈ ਜਨ ਤਾਂ ਬਣੇ, ਬਿਰਥਾ ਤਾਂ ਨਹੀਂ ਹੋਏਗੀ ਪਰ ਜਨ ਤੇ ਕੋਈ ਬਣੇ। ਉਹ ਕੇਵਲ ਬਾਹਰੀ ਤੌਰ ਤੇ ਬਾਹਰਮੁਖੀ ਜੀ ਰਿਹਾ ਹੈ, ਧਰਮ ਨੂੰ ਵੀ ਉਹ ਸਿਰਫ ਬਾਹਰੀ ਪੱਧਰ ਤੇ ਰੱਖਣਾ ਚਾਹੁੰਦਾ ਹੈ, ਉਹਨੂੰ ਲਿਜਾਣਾ ਨਹੀਂ ਚਾਹੁੰਦਾ, ਜਿਉਣਾ ਨਹੀਂ ਚਾਹੁੰਦਾ। ਅੰਦਰ ਕੁਝ ਹੋਰ ਹੰਢਾ ਰਿਹਾ, ਬਾਹਰ ਰਸਮਾਂ ਹੋਰ ਚੱਲ ਰਹੀਆਂ ਨੇ। ਦੁਖੀ ਦਾ ਦੁਖੀ ਹੋਈ ਹੈ, ਪਰੇਸ਼ਾਨ ਦਾ ਪਰੇਸ਼ਾਨ ਹੀ ਹੈ। ਸਮੱਸਿਆਵਾਂ ਮੁੱਕ ਨਹੀਂ ਰਹੀਆਂ, ਪ੍ਰੋਬਲਮ ਉੱਥੇ ਹੀ ਖੜੀਆਂ ਨੇ। ਤੁਸੀਂ ਵੇਖੋ ਪੜਚੋੜ ਕਰਕੇ, ਇੰਨੇ ਸਾਲ ਤੋਂ ਲਗਾਤਾਰ ਹਾਜ਼ਰੀ ਭਰਦੇ ਆ, ਪਾਠ ਕਰਾਉਂਦੇ ਆ, ਅਰਦਾਸਾਂ ਕਰਦੇ ਆ, ਨਗਰ ਕੀਰਤਨ, ਪ੍ਰਭਾਤ ਫੇਰੀਆਂ, ਪਤਾ ਨਹੀਂ ਕੀ ਕੋਈ ਧਾਰਮਿਕ ਐਫਰਟ ਕੀਤੇ, ਪਰ ਬੰਦਾ ਇੱਕ ਵਾਰ ਪੜਚੋਲ ਕਰੇ ਮੇਰਾ ਹੱਲ ਹੋਇਆ ਜਾਂ ਨਹੀਂ ਹੋਇਆ। ਬਈ ਜਿਹਦੇ ਲਈ ਮੈਂ ਇੰਨੇ ਧੱਕੇ ਖਾ ਰਿਹਾ, ਇੰਨੀ ਥਾਵਾਂ ਤੇ ਜਾਣਾ, ਆਪਣੇ ਕੋਲੋਂ ਜ਼ੋਰ ਲਾਉਣਾ, ਤਨ ਹੈ ਧਨ ਤੌਰ ਤੇ ਹਰ ਇੱਕ ਚੀਜ਼ ਦਾ ਕੰਟਰੀਬਿਊਸ਼ਨ ਪਾਉਣਾ, ਬਈ ਮੈਨੂੰ ਕੋਈ ਬੈਨੀਫਿਟ ਹੋਇਆ ਜਾਂ ਨਹੀਂ ਹੋਇਆ, ਮੇਰੇ ਮਨ ਦੀ ਅਵਸਥਾ ਚੇਂਜ ਹੋਈ ਜਾਂ ਨਹੀਂ ਹੋਈ। ਜੇ ਉੱਥੇ ਹੀ ਖੜਾ ਹੈ, ਉਹ ਟੈਸਟ ਤਾਂ ਲਵੇ ਨਾ ਆਪਣਾ, ਕਿ ਜੇ ਹੁਣ 10 ਸਾਲ ਤੋਂ ਮੈਂ ਆ ਰਿਹਾ ਵਾਂ, ਅੱਜ ਜੇ ਕੋਈ ਚੀਜ਼ ਮੇਰੇ ਹੱਥੋਂ ਚਲੀ ਜਾਂਦੀ ਹੈ ਤੇ ਕੀ ਮੇਰਾ ਮਨ ਉਹ ਅਡੋਲ ਰਹਿੰਦਾ, ਬੈਲੈਂਸ ਵਿੱਚ ਰਹਿੰਦਾ, ਘਬਰਾਉਂਦਾ ਤੇ ਨਹੀਂ ਹੁਣ ਮੇਰਾ ਮਨ? 10 ਸਾਲ ਪਹਿਲਾਂ ਤੇ ਮੈਂ ਰੋਂਦਾ ਕੁਰਲਾਉਂਦਾ ਸਾਂ, ਨਿੱਕੀ ਵੀ ਚੀਜ਼ ਚਲੀ ਜਾਂਦੀ ਸੀ, ਉਹ ਗਵਾਚੀ ਨਹੀਂ, ਗਈ ਨਹੀਂ, ਕਿਉਂਕਿ ਪਕੜ ਸੀ ਮੇਰੀ ਬੜੀ ਜ਼ਿਆਦਾ। ਜਿਸ ਚੀਜ਼ ਨਾਲ ਪਕੜ ਹੋਏਗੀ, ਜਦੋਂ ਉਹ ਹਟੇਗੀ, ਆਪਣੀ ਥਾਂ ਤੋਂ ਮੁੱਕੇਗੀ, ਮਨ ਡਿੱਗ ਜਾਏਗਾ, ਮਨ ਕੁਰਲਾ ਉਠੇਗਾ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਜਿਵੇਂ ਸਾਡੀ ਔਲਾਦ ਹੁੰਦੀ ਹੈ, ਕਲਗੀਧਰ ਮਹਾਰਾਜ ਜੀ ਦੇ ਵੀ ਪੁੱਤਰ ਸਨ, ਉਹ ਕੋਈ ਪੱਥਰ ਦੇ ਨਹੀਂ ਸਨ। ਗੁਰੂ ਕਲਗੀਧਰ ਮਹਾਰਾਜ ਦੇ ਕੋਲ ਵੀ ਜਿਗਰਾ ਸੀ, ਮਨ ਸੀ, ਹਿਰਦਾ ਸੀ, ਸੋਚ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੀ ਸਾਡੇ ਵਾਂਗ ਹੀ ਇਹ ਸਟਰਕਚਰ ਸੀ ਬੋਡੀ ਦਾ, ਪਰ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਲਹੂ ਲੁਹਾਨ ਹੋ ਰਹੇ ਹੋਣ। ਤੁਸੀਂ ਉਹ ਦ੍ਰਿਸ਼ ਸੋਚ ਕੇ ਵੇਖੋ ਜਰਾ। ਛੋਟਿਆਂ ਦਾ ਪਤਾ ਨਹੀਂ ਮਾਤਾ ਜੀ ਕਿੱਧਰ ਨੇ, ਵੱਡੇ ਰਹਿ ਗਏ ਨੇ, ਉਹਨਾਂ ਨੂੰ ਵੀ ਵਾਰੀ-ਵਾਰੀ ਤੋਰ ਰਹੇ ਨੇ, ਤੇ ਅਗਲੇ ਤੀਰਾਂ ਦੀ ਬੁਛਾਰ ਨਾਲ ਪੂਰਾ ਸਰੀਰ ਛੰਨੀ ਕਰ ਦੇਣ, ਔਰ ਸਰੀਰ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਗ ਕੇ ਧਰਤੀ ਦੀ ਹਿੱਕ ਤੇ ਡਿੱਗ ਰਹੀਆਂ ਹੋਣ, ਤੇ ਗੁਰੂ ਮਹਾਰਾਜ ਪਿਤਾ ਆਪਣੀ ਔਲਾਦ ਨੂੰ ਵੇਖ ਰਹੇ ਹੋਣ ਇਸ ਰੂਪ ਦੇ ਵਿੱਚ।
ਉਹਨਾਂ ਦੀ ਅਵਸਥਾ ਡਿੱਗਦੀ ਨਹੀਂ ਹੈਗੀ, ਘਬਰਾਹਟ ਨਹੀਂ ਹੈਗੀ। ਉੱਥੇ ਗੁਰੂ ਮਹਾਰਾਜ ਦੇ ਅੰਦਰੋਂ ਕੋਈ ਕੰਪਰੋਮਾਈਜ਼ ਦੀ ਭਾਵਨਾ ਨਹੀਂ ਨਿਕਲਦੀ ਕਿ ਮੈਂ ਦੌੜ ਕੇ ਉਹਨਾਂ ਨੂੰ ਕਵਾਂ ਨਾ ਇੱਦਾਂ ਮੇਰੀ ਔਲਾਦ ਨਾਲ ਕਰੋ, ਤੁਸੀਂ ਜੋ ਕਹਿੰਦੇ ਉਹ ਕਰ ਲਾਂਗੇ। ਔਲਾਦ ਤੋਂ ਵੱਧ ਤੇ ਨਾ ਬੰਦੇ ਦੀ ਅਟੈਚਮੈਂਟ ਕਿਸੇ ਚੀਜ਼ ਨਾਲ ਹੁੰਦੀ। ਇਹ ਬੰਦੇ ਦੀ ਕਮਜ਼ੋਰੀ ਵੀ ਬਣ ਜਾਂਦੀ ਹੈ। ਤੁਸੀਂ ਵੇਖੋ, ਕਈ ਬੰਦਿਆਂ ਦੇ ਕੋਲੋਂ ਗੱਲ ਬੁਲਵਾਉਣੀ ਹੁੰਦੀ ਹੈ, ਉਹਦੇ ਬੱਚਿਆਂ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ, ਕੁਝ ਚਿਰ ਲਈ ਮਾਰਿਆ ਨਹੀਂ ਜਾਂਦਾ, ਪਰ ਅਗਲੇ ਤੋਂ ਗੱਲ ਮਨਾਉਣ ਵਾਸਤੇ, ਕਿਉਂਕਿ ਉਹਦੀ ਕਮਜ਼ੋਰੀ ਫੜ ਲਈ ਅਗਲੇ ਨੇ, ਉਹਦੀ ਅਟੈਚਮੈਂਟ ਹੈ ਨਿਆਣੇ ਨਾਲ। ਕਲਗੀਧਰ ਮਹਾਰਾਜ ਦੇ ਬੱਚੇ ਫੜੇ ਨਹੀਂ, ਮਹਾਰਾਜ ਨੇ ਆਪ ਤੋਰੇ, ਉਹ ਰੱਖੀ ਵੇਖ ਰਹੇ ਨੇ। ਤੁਹਾਨੂੰ ਮੌਕਾ ਮਿਲੇ, ਗੰਜੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ, ਇਹ 2 ਕਿਤਾਬਾਂ ਲਿਖੀਆਂ ਨੇ, ਬਾ ਕਮਾਲ ਕਿਤਾਬਾਂ ਨੇ ਇਤਿਹਾਸ ਦੇ ਵਿੱਚ। ਜਦੋਂ ਕਲਗੀਧਰ ਮਹਾਰਾਜ ਦੇ ਛੋਟੇ ਫਰਜ਼ੰਦ ਸਰਹੰਦ ਸ਼ਹੀਦ ਹੁੰਦੇ ਨੇ, ਔਰ ਜੋ ਉਹਨਾਂ ਦੇ ਡਾਇਲੋਗ ਉੱਥੇ ਸਾਂਝੇ ਹੋਏ, ਜੋ ਉਹਨਾਂ ਨੇ ਕਿਹਾ, ਵਜ਼ੀਰ ਖਾਂ ਕੀ ਕਹਿੰਦਾ ਹੈ, ਕਾਜ਼ੀ ਸਾਹਿਬ ਕੀ ਕਹਿ ਰਹੇ ਨੇ, ਮਾਹੌਲ ਕੀ ਸੀ ਉਸ ਵੇਲੇ ਦਾ, ਚਮਕੌਰ ਦੀ ਗੜੀ ਦਾ ਕੀ ਸੀਨ ਹੈ, ਅਸੀਂ ਦੇਖਿਆ ਨਹੀਂ, ਪਰ ਕਲਮ ਜਿਨ੍ਹਾਂ ਨੇ ਚੁੱਕੀ, ਕਿਤਾਬਾਂ ਨੇ ਮੰਗਾ ਕੇ ਕਦੀ ਘਰ ਪੜ੍ਹੀ ਇਤਮੀਨਾਨ ਦੇ ਨਾਲ, ਉਹਨਾਂ ਨੇ ਇਹ ਗੱਲ ਲਿਖੀ। ਅੱਲਾ ਯਾਰ ਖਾਂ ਜੋਗੀ ਹੋਇਆ, ਉਹਨੇ ਕਿਤਾਬਾਂ ਲਿਖੀਆਂ। ਉਹ ਕਹਿੰਦਾ ਹੈ, ਗੁਰੂ ਮਹਾਰਾਜ ਉੱਚੀ ਥਾਂ ਤੇ ਖੜੇ ਨੇ, ਆਪਣੇ ਫਰਜ਼ੰਦ ਨੂੰ ਸ਼ਹੀਦ ਹੁੰਦਿਆਂ ਦੇਖ ਰਹੇ ਨੇ, ਬਾਬਾ ਅਜੀਤ ਸਿੰਘ ਜੀ ਨੂੰ, ਤੇ ਉਹਦੇ ਬਾਅਦ ਬਾਬਾ ਜੁਝਾਰ ਸਿੰਘ ਵੀ ਹੋਏ। ਕਹਿੰਦੇ ਨੇ, ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਸਰ ਨੇ। ਫਾਦਰ ਨੇ, ਪਿਤਾ ਨੇ ਵੇਖਿਆ ਆਪਣੀ ਔਲਾਦ ਨੂੰ ਲਹੂ ਲੁਹਾਨ ਹੁੰਦਿਆਂ। बेटे को शहादत मिली देखा जो पिदर ने, तूफान बपा गम से किया दीदार तर ने, उस वक्त कहा नन्हे से मासूम पिसर ने। बाबा जोरावर सिंह जी ने, रुखसत हमें दिलवाओ पिता जाएंगे मरने, भाई से बिछड़ कर अब जीना नहीं आता, खाना नहीं पीना नहीं सोना नहीं भाता। कहते भराई सी आवाज से बोले गुरु गोबिंद। मैं जिहड़ी बेनती कर रहा उस विषय नूं फड़ के रखियो। कुछ जा रहा है, कुछ दिख रहा है कि कुछ जाएगा तो मुड़ के चीज़ वापस नहीं आएगी। और जिद्दां दी तैयारी गुरु महाराज ने अपनी औलाद की कराई, असीं ते कराउंदे भी नहीं उदां दी बहुती। इन्नी तैयारी ते इन्नी मशक्कत विचों पैदा होया फौलाद, वो अखां सामने बिना हो जाएगा, खत्म हो जाएगा। कहते ने भराई सी आवाज से बोले गुरु गोबिंद, उस नन्हे से जाबाज से बोले गुरु गोबिंद। क्योंकि बाबा अजीत सिंह जदों शहीद होए तो बाबा जोरावर सिंह जी ने डिमांड की, मंग की, मैनू तोरो मेरी भी वारी है। जदों आनंदपुर साहब तुसीं सानू दौड़ाउंदे सो, खेडा कराउंदे सो, मेरे भराता दे नाल कराउंदे सो ते मैं अगांह लंघ जांदा सा। अज वो अगे मैं पिछे रह चला, मेरी भी वारी है, मैनू भी तोरो। उस कहते ने नन्हे से जाबाज से बोले गुरु गोबिंद, लुआओ तन पाक पे हथियार सजा दे, छोटी सी कमा पे नन्ही सी तलवार सजा दे, देते हैं शमशीर देते हैं खंजर, इसे शमशीर समझना, नेजे की जगह दादे का तुम तीर समझना, तीर कलेजे में लगे तो सी नहीं करना, उफ मेरी जान मुंह से कभी नहीं करना। मुंह दे विचों दी हाँ ना निकले। एक ध्यान रखियो जे तुसी जाना है तो कुछ गया है, कुछ खत्म होया है, पर कलगीधर महाराज डोले नहीं, घबराउंदे नहीं, अखां चों पानी तक नहीं वगदा। ये नहीं कि वो इंसानी शरीर दे विच नहीं सन, वो इंसान मनुख नहीं सन, उन्होंने भी जन्म लिया, माँ दे राही वो जन्म लैके इस धरती ते आए ने। वो भी साडे वांगर साह लैके प्रशादा छक के कपड़े पाउंदे ने तन ते, पर यह है कि उन्हों की जिहड़ी अवस्था है ना, जो सानू बाणी कह रही है, गुरसिख मीत चलो गुर चाली, जिवें गुरु चाल चल के गया खूब उदां चल के वेख एक बार। आउण दियां ते असीं सारे अरदासां करने आ, बस आवे सही, हर एक चीज़ आवे सही, पर जान लई प्रिपेयर नहीं हैगे असीं। जाएगा भी कुछ, जिन्ने दित्ती है वो लै भी तो सकदा ना। गुरु महाराज बाणी च एक थोड़ा हज़ारां जगह ये बार बार ध्यान दिवाउंदे ने। अज दा श्लोक समझो ध्यान नाल, तन धन जह तो को दियो तां स्यो नेह न कीन, कहो नानक निर्बावरे अब क्यों डोलत दीन। भी हुण प्रॉब्लम कादी, परेशानी क्यों, डोलदा क्यों, घबराउंदा क्यों है।
ਉਹਦੀ ਵਜ੍ਹਾ ਇਹੀ ਹੈ ਕਿਉਂਕਿ ਤਨ ਧਨ ਮਿਲਿਆ, ਉਦੋਂ ਐਸ਼ ਪ੍ਰਸਤੀ 'ਚ ਪੈ ਗਿਆ, ਉਦੋਂ ਨੂੰ ਆਪਣੇ ਢੰਗ ਨਾਲ ਯੂਜ਼ ਕੀਤਾ, ਆਪਣੇ ਚਮਕ ਦਮਕ ਲਈ, ਐਸ਼ ਪ੍ਰਸਤੀ ਲਈ ਵਸਤਾਂ ਵਰਤੀਆਂ ਗਈਆਂ। ਪਰ ਇਸ ਪੱਖੋਂ ਮਨ ਤਿਆਰ ਨਹੀਂ ਸੀ ਕਿ ਕੁਝ ਜਾਏਗਾ ਵੀ, ਕੁਝ ਘਟੇਗਾ, ਕੁਝ ਬਿਣਸੇਗਾ ਵੀ, ਤਿਆਰੀ ਨਹੀਂ ਸੀ ਹੈਗੀ ਅੰਦਰ ਦੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੁੰਦਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇਹ ਬੜੀ ਵੱਡੀ ਗੱਲ ਹੈ। ਅਸੀਂ ਆਮ ਬੋਲੀ ਵਿੱਚ ਕਹਿ ਦਿੰਦੇ ਹਾਂ, ਕੋਈ ਹਾਲ ਚਾਲ ਪੁੱਛੇ ਕਿੱਦਾਂ ਜੀ, ਚੜ੍ਹਦੀ ਕਲਾ ਦੇ ਵਿੱਚ। ਕਹਿਣਾ ਤਾਂ ਸੌਖਾ ਹੈ, ਮੇਰੇ ਵਰਗੇ ਨੂੰ ਦਿਨ 'ਚ ਕੋਈ 5-6 ਵਾਰੀ ਪੁੱਛੇ, 6 ਵਾਰੀ ਬੰਦੇ ਨੇ ਕਹਿ ਦੇਣਾ ਵੀ ਚੜ੍ਹਦੀ ਕਲਾ ਹੈ। ਬਸ ਉਹ ਚੜ੍ਹਦੀ ਕਲਾ ਕਹਿਣ ਵਾਲੇ ਦੇ ਨਾਲ ਤੁਸੀਂ 10 ਮਿੰਟ ਬਹਿ ਕੇ ਵੇਖ ਲਓ, ਉਹ ਦੁੱਖ ਦੀਆਂ ਹੌਲੀ ਹੌਲੀ ਪੰਡਾਂ ਖੁੱਲੇਗਾ, ਆਪਣੀਆਂ ਹੌਲੀ ਹੌਲੀ ਪੰਡਾਂ ਖੁੱਲ ਜਾਣਗੀਆਂ ਵੀ ਚੜ੍ਹਦੀ ਕਲਾ ਕਿੱਥੋਂ ਹੈ। ਫਿਰ ਅੰਦਰੋਂ ਬੰਦਾ ਹੰਢਾ ਕੁਝ ਹੋ ਰਿਹਾ, ਜ਼ਬਾਨ ਤੋਂ ਕੁਝ ਬਿਆਨਿਆ ਹੋ ਜਾ ਰਿਹਾ। ਮਹਾਰਾਜ ਕਹਿੰਦੇ ਨੇ ਦੁੱਖ ਵਿੱਚ ਦੁਖੀ ਨਾ ਹੋਵੇ, ਗੱਲ ਇਹ ਹੈ। ਫਿਰ ਧਿਆਨ ਨਾਲ ਸੁਣਿਓ, ਇਹ ਨਹੀਂ ਗੁਰੂ ਮਹਾਰਾਜ ਕਹਿੰਦੇ ਨੇ ਦੁੱਖ ਆਉਣਾ ਨਹੀਂ ਚਾਹੀਦਾ। ਇਹ ਤੇ ਪਾਰਟ ਹੈ ਸਰੀਰ ਦਾ, ਜੀਵਨ ਦਾ, ਆਉਣਾ ਚਾਹੀਦਾ ਦੁੱਖ ਵੀ। ਸੁੱਖ ਹੁੰਦਾ ਤੇ ਦੁੱਖ ਵੀ ਆਏ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਅਸੀਂ ਜਦੋਂ ਇੱਕੋ ਚੀਜ਼ ਦੀ ਡਿਮਾਂਡ ਰੱਖ ਕੇ ਚੱਲਦੇ ਆ ਨਾ, ਦੂਜੀ ਚੀਜ਼ ਲਈ ਰੈਡੀ ਨਹੀਂ ਹੈਗੇ, ਪ੍ਰੋਬਲਮ ਉੱਥੇ ਆਉਂਦੀ ਹੈ। ਘਬਰਾਹਟ ਉਦੋਂ ਹੋਏਗੀ, ਡਰ ਉਦੋਂ ਹੋਣਾ ਹੈ, ਉਦੋਂ ਡੋਲੇਗਾ ਬੰਦਾ। ਸਹੂਲਤਾਂ ਸਾਧਨ ਸਾਰੇ ਚਾਹੁੰਦੇ ਨੇ, ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਹੈ ਕੋਈ ਪ੍ਰੋਬਲਮ ਨਹੀਂ, ਪਰ ਦੁੱਖ ਵਿੱਚ ਖਲੋਤਾ ਹੋਵੇ ਦੁਖੀ ਨਹੀਂ ਹੋ ਰਿਹਾ, ਮਨ ਦੁਖੀ ਨਹੀਂ ਹੋ ਰਿਹਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਦੁੱਖ ਨੂੰ ਦੁੱਖ ਮੰਨੇ ਹੀ ਨਾ ਬੰਦਾ, ਕਿੱਡੀ ਵੱਡੀ ਗੱਲ ਹੈ। ਮੈਂ ਪਿਛਲੇ ਦਿਨੀ ਵੀ ਇਤਿਹਾਸ ਵਿੱਚ ਬੇਨਤੀ ਕੀਤੀ ਸੀ, ਤੁਸੀਂ ਹਿਸਟਰੀ ਦੇ ਉਹ ਪੰਨੇ ਪੜ੍ਹ ਕੇ ਵੇਖੋ, ਜਦੋਂ ਮਿਸਲਾਂ ਦਾ ਵਕਤ ਹੈ, ਕਤਲੇਆਮ ਹੋਇਆ ਸਿੱਖਾਂ ਨਾਲ, ਜਿਹਨੂੰ ਅਸੀਂ ਘੱਲੂਕਾਰੇ ਕਹਿੰਦੇ ਹਾਂ, ਜੈਨੋਸਾਈਡ, ਨਸਲਕੁਸ਼ੀ। ਸਰਕਾਰੀ ਫਰਮਾਨ ਦੇ ਥੱਲੇ ਇੱਕ ਇੱਕ ਬੱਚੇ ਨੂੰ ਕਿੰਨੇ ਟੁਕੜਿਆਂ ਦੇ ਵਿੱਚ ਵੱਢ ਕੇ ਸੁੱਟਤਾ ਜਾਂਦਾ ਹੈ। ਉਸ ਕੌਮ ਦੇ ਨੌਜਵਾਨੀ ਨੂੰ ਸ਼ਿਕਾਰ ਵਾਂਗਰ ਸ਼ਿਕਾਰੀ ਲੱਭ ਰਹੇ ਹੁੰਦੇ ਨੇ, ਸ਼ਿਕਾਰ ਕਰਦੇ ਨੇ, ਜਿੱਥੇ ਲੱਭ ਜਾਂਦਾ ਕੋਈ ਉਸ ਬੰਦੇ ਦੇ ਮਰਨ ਦੇ ਬਾਅਦ ਮਾਰਨ ਵਾਲੇ ਦੇ ਖਿਲਾਫ ਕੋਈ ਧਾਰਾ ਨਾ ਲੱਗੇ, ਕੋਈ ਕਾਨੂੰਨ ਲਾਗੂ ਨਾ ਹੋਵੇ। ਸਰਕਾਰ ਗਵਰਨਮੈਂਟ ਖੁੱਲ੍ਹ ਦੇ ਰਹੀ ਹੈ, ਜਿੱਥੇ ਮਿਲਦਾ ਮਾਰ ਦੇਵੋ, ਤੁਹਾਡੇ ਤੇ ਕੇਸ ਅਦਾ ਨਹੀਂ ਹੋਏਗਾ, ਤੁਹਾਨੂੰ ਸਜ਼ਾ ਨਹੀਂ ਹੋਏਗੀ, ਬਲਕਿ ਤੁਹਾਨੂੰ ਇਨਾਮ ਵੱਖਰਾ ਦਿੱਤਾ ਜਾਏਗਾ। ਤੁਸੀਂ ਸੋਚੋ ਜਰਾ, ਜਦੋਂ ਇਹ ਸਰਕਾਰਾਂ ਵੱਲੋਂ ਖੁੱਲ੍ਹ ਮਿਲ ਜਾਏ ਤੇ ਉਹ ਕੌਮ ਕਿਵੇਂ ਬਚਾਅ ਕਰ ਸਕਦੀ ਹੈ ਆਪਣਾ। ਸਰਕਾਰਾਂ ਨਾਲ ਕੌਣ ਲੜ ਸਕਦਾ? ਉਹਨਾਂ ਕੋਲ ਆਰਮੀ ਹੁੰਦੀ ਹੈ, ਪੁਲਿਸ ਹੁੰਦੀ ਹੈ, ਹਥਿਆਰ ਹੁੰਦੇ ਨੇ, ਤੁਸੀਂ ਕਿੱਦਾਂ ਲੜ ਲੋਗੇ? ਕਦੋਂ ਤੱਕ ਲੜ ਲੋਗੇ? ਜਦੋਂ ਖੋਲੇ ਮਿਲ ਜਾਏ ਕਿ ਜਿੱਥੇ ਲੱਭਦਾ, ਜੇ ਜਿਉਂਦਾ ਫੜ ਕੇ ਲੈ ਆਓਗੇ ਤਾਂ ਵੱਧ ਰਕਮ ਹੈ, ਕਿਉਂਕਿ ਉਹਨੂੰ ਤੜਫਾਣਾ ਬਾਕੀ ਰਹੇਗਾ, ਉਹਨੂੰ ਮਨਾਣਾ ਬਾਕੀ ਰਹੇਗਾ। ਜਦੋਂ ਤਸੀਹੇ ਦੇਵਾਂਗੇ ਧਾਵਾਂ ਨਿਕਲਣਗੀਆਂ, ਔਰ ਜੋ ਚਾਹੁੰਦੇ ਮਨਾ ਸਕਦੇ ਇਹੋ ਜਿਹੇ ਬੰਦੇ ਤੋਂ। ਆਪਣਾ ਧਰਮ ਮਨਾਉਣਾ ਹੈ, ਆਪਣੀ ਸ਼ਰਮ ਮਨਾਉਣੀ ਹੈ, ਉਹਦਾ ਧਰਮ ਉਹਦੀ ਜ਼ਿੰਦਗੀ ਦੇ ਵਿੱਚੋਂ ਦੀ ਗਵਾਉਣ ਦੀ ਉਹਦੇ ਕੋਲੋਂ ਹੀ ਕਮਿਟਮੈਂਟ ਲੈਣੀ ਹੈ। ਸਭ ਕੁਝ ਹੋ ਸਕਦਾ ਜਿਉਂਦੇ ਬੰਦੇ ਕੋਲੋਂ। ਤੇ ਤਸੀਹੇ ਵੀ ਤੁਸੀਂ ਹਿਸਟਰੀ 'ਚ ਪੜ੍ਹ ਕੇ ਵੇਖ ਲਓ, ਹਰ ਬੰਦੇ ਨੂੰ, ਹਰ ਸਿੱਖ ਨੂੰ ਡਿਫਰੈਂਟ ਤਰੀਕੇ ਦੇ ਤਸੀਹੇ ਦਿੱਤੇ ਗਏ ਨੇ, ਸੇਮ ਨਹੀਂ ਹੈਗੇ, ਵੱਖ ਵੱਖ। ਜਦੋਂ ਕੋਈ ਫੜਿਆ ਵੱਖਰੇ ਤਰੀਕੇ ਦੇ ਨਾਲ ਹੀ ਉਹਨੂੰ ਮਾਰਿਆ ਗਿਆ, ਔਰ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਿੱਖਾਂ ਨੂੰ ਜਿਸ ਕਿਸਮ ਨਾਲ ਮਾਰਿਆ, ਉਹ ਅਰਦਾਸ ਦੇ ਸਾਰੇ ਪਹਿਰੇ ਧਿਆਨ ਨਾਲ ਪੜ੍ਹੋ, ਇੱਕ ਇੱਕ ਲਫ਼ਜ਼ ਆਪਣੇ ਧਿਆਨ ਸਾਹਮਣੇ ਕੱਢੋ, ਤੁਹਾਨੂੰ ਲੱਗੇਗਾ ਕਿ ਉਹ ਸਮਾਂ ਕਿੰਨਾ ਖੌਫਨਾਕ ਸੀ ਸਿੱਖਾਂ ਦੇ ਉੱਤੇ। ਪਰ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ, ਅਗਲੇ ਪਰੇਸ਼ਾਨ ਕਰਨਾ ਚਾਹੁੰਦੇ ਨੇ, ਉਸ ਕੌਮ ਨੂੰ ਦੁਖੀ ਕਰਨਾ ਚਾਹੁੰਦੇ ਨੇ, ਇੱਕ ਇੱਕ ਸਿੰਗਲ ਬੰਦੇ ਨੂੰ ਪਰੇਸ਼ਾਨੀ ਹੋ ਜਾਏ, ਉਹ ਆਤੁਰ ਹੋ ਜਾਏ, ਡਰ ਜਾਏ, ਘਬਰਾ ਜਾਏ। ਪਰ ਹਿਸਟਰੀ ਇਹ ਗੱਲ ਬਿਆਨ ਕਰਦੀ ਹੈ, ਇੱਕ ਸਿੱਖ ਵੀ ਸਰਕਾਰ ਦੇ ਅਕੋਰਡਿੰਗ ਬੋਲੀ ਨਹੀਂ ਬੋਲਦਾ, ਘਬਰਾਉਂਦਾ ਨਹੀਂ। ਪਰਿਵਾਰ ਹੈ, ਰਿਹਾ ਜਾਂ ਨਹੀਂ ਰਿਹਾ, ਕਿਸੇ ਨੇ ਕੰਪਰੋਮਾਈਜ਼ ਨਹੀਂ ਕੀਤਾ। ਕਿਸੇ ਸਿੰਗਲ ਬੰਦੇ ਨੇ ਵੀ ਸਰਕਾਰ ਦੇ ਮੁਤਾਬਕ ਆਪਣਾ ਦੀਨ ਈਮਾਨ ਗਵਾ ਕੇ ਉਹਨਾਂ ਦਾ ਧੱਕਾ ਨਹੀਂ ਕਬੂਲ ਕੀਤਾ। ਇੱਕ ਬੰਦੇ ਨੇ। ਕਿੱਡੀ ਵੱਡੀ ਗੱਲ ਹੈ। ਅਸੀਂ ਇਤਿਹਾਸ
ਨਾ ਤੇ ਆਪਣੀ ਔਲਾਦ ਨੂੰ ਦੱਸਿਆ ਇਹ ਵਾਲਾ, ਤੇ ਨਾ ਹੀ ਦੁਨੀਆ ਨੂੰ ਦੱਸਣ ਨੂੰ ਤਿਆਰ ਹੋਏ ਆ। ਅਗਲੇ ਤੇ ਬਾਈਬਲ ਦੀਆਂ ਪੰਡਾਂ ਚੁੱਕ ਕੇ ਪੰਜਾਬੀ, ਹਿੰਦੀ, ਇੰਗਲਿਸ਼ ਜਿਹੜੀ ਬੋਲੀ ਚਾਹੀਦੀ ਹੈ ਅਗਲੇ ਤੁਹਾਡੇ ਬੂਹੇ ਤੇ ਲੈ ਕੇ ਖਲੋਤੇ ਨੇ। ਪਰ ਜਦੋਂ ਅਗਲਾ ਮਹੀਨਾ ਵੇਖਿਓ ਸਾਹਿਬਜ਼ਾਦਿਆਂ ਦਾ ਆਏਗਾ, ਅਸੀਂ ਤੇ ਆਪਣੇ ਗਵਾਂਢੀ ਦੇ ਬੰਦੇ ਦੀ ਵੀ ਕੁੰਡੀ ਨਹੀਂ ਖੜਕਾਵਾਂਗੇ ਕਿ ਉਹਨੂੰ ਹੀ ਦੱਸ ਦਈਏ ਵੀ 4 ਸਾਹਿਬਜ਼ਾਦੇ ਕੌਣ ਹੋਏ ਸਨ। 2-4 ਘਰਾਂ ਦੇ ਵਿੱਚ ਜਾ ਕੇ ਹੀ ਵਾਰਤਾ ਪਾ ਲਈਏ, ਦੁਹਾਈ ਪਾਈਏ, ਦਸੀਏ ਕਿਸੇ ਨੂੰ, ਗੱਲ ਹੈ ਹੀ ਨਹੀਂ ਕਿਤੇ ਵੀ। ਜਿੱਥੇ ਜਾ ਕੇ ਮੈਂ ਜੌਬ ਕਰਦਾ, ਜਿੱਥੇ ਮੇਰਾ ਆਪਣਾ ਬਿਜ਼ਨਸ ਰਨ ਹੁੰਦਾ, ਹੋਰ ਲੋਕ ਨੇ, ਮੈਂ 2-4 ਨੂੰ ਤਾਂ ਘੱਟੋ ਘੱਟ ਦੱਸਾਂ, ਪਰ ਇਹ ਭੁੱਖ ਹੈ ਹੀ ਨਹੀਂ ਕਿਤੇ। ਖਿਮਾ ਕਰ ਦਿਓ ਜੇ ਮੈਨੂੰ। ਸਾਨੂੰ ਤਾਂ ਲੱਗਦਾ ਪ੍ਰਚਾਰਕਾਂ ਨੇ ਠੇਕਾ ਲਿਆ, ਉਹੀ ਕਰਨ, ਉਹੀ ਰੋਲਾ ਪਾਉਣ। ਅਸੀਂ ਥੋੜਾ ਪ੍ਰਚਾਰਕ, ਅਸੀਂ ਕੋਈ ਗਿਆਨੀ ਆ, ਅਸੀਂ ਕੋਈ ਬਾਬੇ ਆ। ਸਾਨੂੰ ਇਉਂ ਲੱਗਦਾ ਇਹ ਕਿਸੇ ਹੋਰ ਦਾ ਕੰਮ ਹੈ, ਅਸੀਂ ਥੋੜਾ ਕਰਨਾ ਹੈ ਇਹ ਕੰਮ। ਪਰ ਹਿਸਟਰੀ ਇਹ ਗੱਲ ਕਹਿੰਦੀ 4 ਸਾਹਿਬਜ਼ਾਦੇ ਕੁਰਬਾਨ ਕਰਨ ਦੇ ਬਾਅਦ ਜਦੋਂ ਮਹਾਰਾਜ ਦਮਦਮਾ ਸਾਹਿਬ ਪਹੁੰਚੇ, ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ ਮਾਤਾ ਪਹੁੰਚੀ, ਤੇ ਉਹਨਾਂ ਨੇ ਜਦੋਂ ਪੁੱਛਿਆ ਕਿੱਥੇ ਨੇ, ਤੇ ਉਹਨਾਂ ਨੇ ਕੀ ਕਿਹਾ ਸੀ? ਕੀ ਭਾਈ ਮਨੀ ਸਿੰਘ ਵੱਲ, ਬਾਬਾ ਦੀਪ ਸਿੰਘ ਵੱਲ, ਸਿੱਖਾਂ ਪ੍ਰਚਾਰਕਾਂ ਵੱਲ ਹੱਥ ਕਰਕੇ ਆਖਿਆ ਸੀ ਮੈਂ ਇਹਨਾਂ ਤੋਂ ਸ਼ਹੀਦ ਕਰਾਇਆ ਵਾਂ। ਉਹਨੇ ਆਖਿਆ ਸੀ ਇਨ ਪੁੱਤਰਨ ਕੇ। ਉਹ ਇਨ ਪੁੱਤਰਨ ਕੌਣ ਸਨ? ਅਸੀਂ ਤੁਸੀਂ ਸਾਰੇ ਰਲ ਕੇ ਬਣਦੇ ਹਾਂ। ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਤ 4 ਮੂੰਹ ਤੋਂ ਕਿਆ ਪਿਆ, ਜੀਵਤ ਕਈ ਹਜ਼ਾਰ। ਸਾਡੇ ਵੱਲ ਇਸ਼ਾਰਾ ਕਰਕੇ ਆਖਿਆ, ਕੱਲੇ ਪ੍ਰਚਾਰਕ, ਕੱਲੇ ਜਥਿਆਂ ਦੇ ਉੱਤੇ ਹੱਥ ਕਰਕੇ ਨਹੀਂ ਕਿਹਾ ਮਹਾਰਾਜ ਨੇ, ਅਸੀਂ ਸਾਰੇ ਜ਼ਿੰਮੇਵਾਰ ਹਾਂ ਉੱਥੇ। ਸੋ ਬੇਨਤੀ ਇਹ ਕਰ ਰਿਹਾ ਸਾਂ, ਗੁਰੂ ਮਹਾਰਾਜ ਜੀ ਨੇ ਮਨ ਦੀ ਅਵਸਥਾ ਨੂੰ ਉੱਚਾ ਚੁੱਕਿਆ, ਇਨਸਾਨ ਦੀ ਮਨੋਬਲ ਉੱਚਾ ਕਰਦੀ ਹੈ ਗੁਰਬਾਣੀ। ਔਰ ਜੇ ਇਹ ਗੱਲ ਛੋਟੀ ਨਾ ਜਾਪੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹੀ ਮਨੋ ਵਿਗਿਆਨ ਹੈ, ਮਨ ਦਾ ਹੀ ਵਿਗਿਆਨ, ਮਨ ਦੀ ਸਾਇੰਸ ਹੈ ਗੁਰਬਾਣੀ। ਤੁਸੀਂ ਜਿੱਥੇ ਪੜ੍ਹ ਲਓ, ਮਨ ਨੂੰ ਹੀ ਮਹਾਰਾਜ ਸੰਬੋਧਿਤ ਕਰ ਰਹੇ ਨੇ, ਮਨ ਨੂੰ ਹੀ ਕਹਿ ਰਹੇ ਨੇ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤੇ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰ ਤੇਰੇ ਗੁਣ ਗਣਿਆ। ਮਨੋਵਿਗਿਆਨ ਨਹੀਂ, ਮਨ ਨੂੰ ਚੁੱਕਦੀ ਹੈ ਗੁਰਬਾਣੀ, ਮਨ ਦੀ ਅਵਸਥਾ ਉੱਚੀ ਕਰ ਦਿੰਦੀ ਹੈ। ਬੰਦਾ ਉਹੀ ਹੁੰਦਾ, ਬੰਦਾ ਉਹੀ ਹੁੰਦਾ, ਬਸ ਅੰਦਰੋਂ ਬਦਲ ਜਾਂਦਾ। ਤੁਸੀਂ ਇਤਿਹਾਸ 'ਚ ਵੇਖੋ, ਬੰਦਾ ਸਿੰਘ ਬਹਾਦਰ ਜਿਹਨੂੰ ਅਸੀਂ ਕਹਿੰਦੇ ਹਾਂ, ਕਿਸੇ ਟਾਈਮ ਤੇ ਉਹ ਮਾਧੋ ਦਾਸ ਸੀ, ਸਰੀਰ ਤੇ ਉਹੀ ਸੀ ਨਾ ਉਹਦਾ, ਅੱਖਾਂ ਉਹੀ ਨੇ, ਕੰਨ ਹੱਥ ਪੈਰ ਉਹੀ ਨੇ। ਇੱਕ ਨਿੱਕੀ ਜੀ ਹੀਰਨੀ ਤੇ ਉਹਦੇ ਬੱਚੇ ਤੜਫਦੇ ਵੇਖ ਕੇ ਅਗਲਾ ਘਰ ਛੱਡ ਕੇ ਚਲਾ ਗਿਆ, ਬੈਰਾਗੀ ਬਣ ਗਿਆ, ਸਵਾਵਾਂ ਮਲਦਾ ਰਹਿੰਦਾ, ਸਾਧੂ ਮੰਡਲੀਆਂ 'ਚ ਰਲ ਗਿਆ, ਕੰਨ ਪੜਾਉਂਦਾ ਫਿਰਦਾ, ਮਾਧੋ ਦਾਸ ਲਛਮਣ ਦਾਸ ਬਣ ਗਿਆ। ਔਰ ਜਦੋਂ ਗੁਰੂ ਨੂੰ ਮਿਲਦਾ, ਗੁਰੂ ਨਾਲ ਰਿਲੇਸ਼ਨਸ਼ਿਪ ਬਣਦੀ ਹੈ, ਗੁਰੂ ਅੰਦਰ ਦੀ ਅਵਸਥਾ ਹੀ ਬਦਲ ਦਿੰਦਾ, ਮਨੋਬਲ ਏਡਾ ਉੱਚਾ ਕਰ ਦਿੰਦਾ। ਹੁਣ ਉਹੀ ਬੰਦਾ ਸਿੰਘ ਬਹਾਦਰ ਜਿਹਦੇ ਬੱਚੇ ਦਾ ਸੀਨਾ ਚੀਰ ਕੇ ਤੇ ਤੜਫਦਾ ਹੋਇਆ ਗੁਰਦਾ ਕੱਟ ਕੇ ਅੰਦਰੋਂ ਦੀ ਉਹਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ, ਬੰਦਾ ਸਿੰਘ ਨੂੰ ਫਰਕ ਨਹੀਂ ਪੈਂਦਾ, ਬੰਦਾ ਉਹੀ ਹੈ। ਮਨੋਬਲ ਬਦਲਿਆ, ਮਨੋਬਲ ਦੀ ਅਵਸਥਾ ਬਦਲੀ ਹੈ, ਅੰਦਰੋਂ ਬਦਲਿਆ। ਬਾਹਰੋਂ ਥੋੜਾ ਕੋਈ ਪਹਿਲਵਾਨ ਬਣ ਜਾਂਦਾ, ਬਾਹਰੋਂ ਫਿਜ਼ੀਕਲੀ ਤੌਰ ਤੇ ਬੋਡੀ ਉਹੀ ਹੈ, ਮਨੋਂ ਚੇਂਜ ਹੋਇਆ, ਮਨ ਬਦਲਦਾ ਹੈ। ਇਸ ਕਰਕੇ ਬਾਣੀ ਕਹਿੰਦੀ ਹੈ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਜਰੀਆ ਸ਼ਬਦ ਹੈ, ਉਹਦੇ ਨਾਲ ਫਰੈਸ਼ ਮਨ ਬਣਾ ਲੈ। ਜੇ ਪੁਰਾਣਾ ਮਨ ਤੈਨੂੰ ਢੈਂਦੀ ਕਲਾ 'ਚ ਖੜਦਾ, ਪੁਰਾਣਾ ਮਨ ਡਿੱਗਦਾ ਡੁੱਲਦਾ ਘਬਰਾਉਂਦਾ ਦੁਖੀ ਪਰੇਸ਼ਾਨ ਆਤੁਰ ਹੋਇਆ ਰਹਿੰਦਾ, ਇਹਨੂੰ ਰਹਿਣ ਦੇ। ਨਵਾਂ ਮਨ ਫਰੈਸ਼ ਗੁਰੂ ਕੋਲੋਂ ਲੈ ਲੈ, ਗੁਰੂ ਤੈਨੂੰ ਸ਼ਬਦ ਦੇ ਜਰੀਏ ਨਵੀਂ ਸੋਚ ਦੇ ਦੇਗਾ, ਉਹਨੂੰ ਜੀ ਕੇ ਵੇਖ। ਫਿਰ ਬੰਦਾ ਕਹਿ ਸਕਦਾ ਚੜ੍ਹਦੀ ਕਲਾ ਦੇ ਵਿੱਚ। ਜਦੋਂ ਬੱਚੇ ਦੇ ਸੀਨੇ ਨੂੰ ਚੀਰਿਆ, ਧਾਰਾਂ ਖੂਨ ਦੀਆਂ ਨਿਕਲੀਆਂ ਹੋਣਗੀਆਂ, ਗੁਰਦਾ ਕੱਟ ਕੇ ਮੂੰਹ 'ਚ ਪਾਇਆ, ਹੁਣ ਬੰਦਾ ਸਿੰਘ ਬਹਾਦਰ ਦੱਸ ਕਿਵੇਂ ਲੱਗਦਾ? ਕਹਿੰਦਾ ਚੜ੍ਹਦੀ ਕਲਾ ਦੇ ਵਿੱਚ ਆ। ਉੱਥੇ ਕਹਿਣਾ, ਉੱਦਾਂ 4 ਛਿਲੜਾਂ ਦੇ ਵਿੱਚ ਤੇ ਕੋਈ ਵੀ ਕਹਿ ਸਕਦੇ, ਕਹਿੰਦੇ ਜੀ ਬੜਾ ਠੀਕ ਹੈ, ਵਧੀਆ ਚੱਲ ਰਿਹਾ, ਚੜ੍ਹਦੀ ਕਲਾ ਜੀ। 4 ਛਿਲੜਾਂ 'ਚ 2 ਚਲੇ ਜਾਣਾ, ਫਿਰ ਬੰਦੇ ਨੂੰ ਪੁੱਛੋ ਹੁਣ ਕਿੱਦਾਂ ਚੱਲ ਰਿਹਾ ਜੀ, ਧਾਵਾਂ ਨਿਕਲ ਜਾਂਦੀਆਂ ਨੇ, ਚੀਕ ਚਿਹਾੜੇ ਮਾਰਦਾ ਬੰਦਾ,
ਲੱਭਦਾ ਬੰਦਾ ਕਿਸੇ ਨੂੰ ਦੁੱਖ ਦੱਸਾਂ ਮੈਂ ਆਪਣਾ। ਗੁਰੂ ਮਹਾਰਾਜ ਕਹਿੰਦੇ ਨੇ ਜੇ ਪਹਿਲਾਂ ਹੀ ਪ੍ਰਪੇਅਰ ਹੋਵੇ ਨਾ ਕਿ ਜਿੰਨੇ ਤਨ ਦਿੱਤਾ, ਧਨ ਦਿੱਤਾ, ਸੁਗਾਤਾਂ ਦਿੱਤੀਆਂ, ਸਾਧਨ ਦਿੱਤੇ, ਉਸ ਵੇਲੇ ਸ਼ੁਕਰ ਦੀ ਭਾਵਨਾ ਹੋਈ ਹੁੰਦੀ ਔਰ ਗੁਰੂ ਦੀ ਗੱਲ ਧਿਆਨ ਨਾਲ ਸੁਣ ਲੈਂਦਾ, ਤੇ ਮਗਰੋਂ ਦੀ ਤੇਰੀ ਮਨ ਦੀ ਤਿਆਰੀ ਹੋ ਜਾਣੀ ਸੀ ਕਿ ਜਿਹੜਾ ਦੇ ਰਿਹਾ ਹੈ ਉਹ ਲੈ ਵੀ ਸਕਦਾ ਹੈ। ਤਨ ਧਨ ਜਹ ਤੋ ਕੋ ਦਿਓ, ਤਾਂ ਸਿਓ ਨੇਹ ਨਾ ਕੀਨ, ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਮਹਾਰਾਜ ਨੇ ਅਗਲੇ ਸ਼ਲੋਕ ਵਿੱਚ ਫਿਰ ਆਖਿਆ, ਕਹਿੰਦੇ ਤਨ ਧਨ ਸੰਪੈ ਸੁਖ ਦਿਓ, ਬੜੀ ਲੰਮੀ ਲਿਸਟ। ਤਨ ਬੜਾ ਪਿਆਰਾ ਸਟਰਕਚਰ ਹੈ ਤੇਰੀ ਬੋਡੀ ਦਾ, ਤੂੰ ਕਦੀ ਗੌਰ ਨਾਲ ਵੇਖ ਆਪਣੇ ਆਪ ਨੂੰ। ਕਦੀ ਬੈਠੇ ਹੋਈ ਹੈ ਨਾ ਇੱਕ ਮਨਾਨ ਨਾਲ, ਆਪਣੇ ਪੈਰ ਦੇ ਅੰਗੂਠੇ ਤੋਂ ਲੈ ਕੇ ਅੱਖਾਂ ਤੱਕ ਇੱਕ ਇੱਕ ਨੂੰ ਧਿਆਨ ਨਾਲ ਵੇਖੋ, ਜਰਾ ਬਣਤਰ ਨੂੰ ਵੇਖੋ, ਉਹਦੀ ਵੈਲਿਊ ਨੂੰ ਵੇਖੋ, ਬਣੇ ਕਿੱਦਾਂ ਇਹ ਚੀਜ਼ ਹੈ, ਇਹ ਕਿਸ ਕਿਸਮ ਨਾਲ ਬਣਾਈ ਗਈ ਹੈ। ਅੱਜ ਅੱਖਾਂ ਚੈੱਕ ਕਰਾਉਣੀਆਂ ਹੋਣ, ਤੁਸੀਂ ਵੇਖੋ ਕਿ ਅਸੀਂ ਕਿੰਨੀਆਂ ਫੀਸਾਂ ਭਰਦੇ ਹਾਂ। ਆਪਣੇ ਸਰੀਰ ਦੇ ਚੈੱਕਅਪ ਕਰਾਉਣੇ ਹੋਣ, ਇੰਸ਼ੋਰੈਂਸਾਂ ਉੱਦਾਂ ਹੀ ਭਰੀ ਜਾਂਦੇ ਹਾਂ, ਨਾ ਵੀ ਕਿਤੇ ਜਾ ਰਹੇ ਹਾਂ। ਖਰਚੇ ਕਿੰਨੇ ਕਰਦੇ ਹਾਂ ਅਸੀਂ, ਔਰ ਜਿੰਨੇ ਦਿੱਤਾ ਉਹਨੇ ਰੁਪਈਆ ਨਹੀਂ ਮੰਗਿਆ ਬੰਦੇ ਕੋਲੋਂ। ਜੇ ਸਾਹ ਦੇ ਨਾਲ ਸਾਰਾ ਸਰੀਰ ਚੱਲ ਰਿਹਾ ਹੈ, ਸੁੱਤੇ ਪਿਆਂ ਵੀ ਚੱਲ ਰਿਹਾ, ਟੈਨਸ਼ਨ ਹੀ ਨਹੀਂ ਕਿ ਮੈਂ ਆਕਸੀਜਨ ਖਿੱਚਣੀ ਹੈ ਤੇ ਮੈਂ ਚਲਾਉਣਾ ਹੈ, ਇਹਦਾ ਧਿਆਨ ਨਹੀਂ, ਚੱਲ ਰਿਹਾ ਹੈ, ਪਰ ਮਸ਼ੀਨਰੀ ਚੱਲ ਰਹੀ ਹੈ ਅੰਦਰੋਂ ਦੀ। ਪਰ ਘੜੀ ਬੰਦੇ ਦਾ ਸਾਹ ਔਖਾ ਹੋ ਜਾਂਦਾ, 2 ਮਿੰਟ 5 ਮਿੰਟ ਆਕਸੀਜਨ ਅਗਲੇ ਲਾ ਦੇਣ ਐਡੀ ਲੰਮੀ, ਅਗਲੇ ਦੇ ਸਾਹਮਣੇ ਉਹ ਬਿੱਲ ਦੀ ਪਰਚੀ ਰੱਖ ਦੇਣਗੇ, ਆ ਬਿੱਲ ਪਹਿਲਾਂ ਅਦਾ ਕਰ। ਸੁਖਮਨੀ ਸਾਹਿਬ ਦੀ ਬਾਣੀ 'ਚ ਮਹਾਰਾਜ ਕਹਿੰਦੇ ਨੇ ਜਹ ਪ੍ਰਸਾਦ, ਪ੍ਰਸਾਦ ਕਹਿੰਦੇ ਨੇ ਕਿਰਪਾ ਰਹਿਮਤ, ਜਹ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਅਮੁੱਲਾ ਦਾ ਅਰਥ ਕੀ, ਜਿਹਦਾ ਮੁੱਲ ਤੂੰ ਦੇ ਵੀ ਨਹੀਂ ਸਕਦਾ, ਦੇ ਵੀ ਨਹੀਂ ਸਕਦਾ। ਹਵਾ ਪਾਣੀ ਇਹ ਸਾਰੇ ਸਰੋਤ ਕੁਦਰਤ ਦੇ ਵਿੱਚ ਕੁਦਰਤੀ ਮੁਫਤੀ ਬੰਦੇ ਨੂੰ ਮਿਲੇ ਨੇ। ਇਹ ਠੀਕ ਹੈ ਉਹ ਸਾਡੇ ਘਰ ਤੱਕ ਪਹੁੰਚਾਉਣ ਦਾ ਬਿੱਲ ਲੈ ਲੈਂਦੇ ਨੇ, ਜਿੰਨਾ ਮੀਟਰ ਘੁੰਮਦਾ ਅਗਲੇ ਉਹਨਾਂ ਸਾਡੇ ਬੂਹੇ ਅੱਗੇ ਬਿੱਲ ਰੱਖ ਜਾਣਗੇ। ਪਰ ਜਿਹਨੇ ਬਣਾਇਆ ਕੁਦਰਤ ਦੇ ਵਿੱਚ ਉਹਨੇ ਥੋੜਾ ਬਿੱਲ ਮੰਗਿਆ। ਜੈ ਪ੍ਰਸਾਦ ਪੀਵੇਂ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਰੁਖ ਮਨ ਮਾਹੇ। ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਗੁਰੂ ਮਹਾਰਾਜ ਕਹਿੰਦੇ ਸਰੋਤ ਵੇਖ ਕੇ ਸਾਰਾ ਕੁਝ ਕਿੱਥੋਂ ਆਇਆ, ਕਿੱਥੋਂ ਬਣ ਕੇ ਆ ਰਿਹਾ, ਕਿੰਨੇ ਬਣਾਇਆ। ਤੇ ਗੁਰੂ ਮਹਾਰਾਜ ਕਹਿੰਦੇ ਨੇ ਤਨ ਧਨ ਸੰਪੈ, ਸੰਪੈ ਕਹਿੰਦੇ ਨੇ ਸੰਪਰਦਾ, ਪੈਸਾ ਸੰਪਦਾ, ਬੈਂਕ ਬੈਲੈਂਸ। ਸੁਖ ਦਿਓ, ਜਿੰਨੇ ਸੁਖ ਦਿੱਤੇ, ਸਾਧਨ ਦਿੱਤੇ। ਅਰ ਜਹ ਨੀਕੇ ਧਾਮ, ਨੀਕੇ ਕਹਿੰਦੇ ਨੇ ਸੋਹਣੇ ਚੰਗੇ, ਧਾਮ ਦਾ ਅਰਥ ਹੈ ਘਰ, ਚੰਗੇ ਵਧੀਆ ਘਰ, ਆਲੀਸ਼ਾਨ ਬੰਗਲੇ ਪ੍ਰੋਵਾਈਡ ਕੀਤੇ। ਕਹੋ ਨਾਨਕ ਸੁਨ ਰੇ ਮਨਾ, ਮਨ ਨੂੰ ਕਹਿ ਰਹੇ ਨੇ ਮਹਾਰਾਜ, ਹੇ ਮੇਰੇ ਮਨਾ ਸੋਨਾ ਗੱਲ ਧਿਆਨ ਨਾਲ, ਸਿਮਰਤ ਕਾਹੇ ਨਾਰਾ। ਸਿਮਰਤ ਦਾ ਅਰਥ ਹੈ ਉਹਨੂੰ ਸਿਮਰਤੀ ਵਿੱਚ ਕਿਉਂ ਨਹੀਂ ਲਿਆਂਦਾ, ਚੇਤੇ ਕਿਉਂ ਨਹੀਂ ਕਰਦਾ। ਇਸ ਪੱਖੋਂ ਅਗਰ ਧਿਆਨ ਰੱਖੇਗਾ, ਦੇਣ ਵਾਲਾ ਦਾਤਾਰ ਕਿੱਡਾ ਮਹਾਨ ਹੈ, ਜਿਨਨੇ ਮੇਰੇ ਤੇ ਤਰਸ ਖਾ ਕੇ ਸਭ ਕੁਝ ਦਿੱਤਾ। ਫਿਰ ਡੁੱਲਣਾ ਨਹੀਂ ਪਏਗਾ, ਫਿਰ ਘਬਰਾਹਟ ਨਹੀਂ ਹੋਏਗੀ। ਮਿਲੀ ਹੋਈ ਚੀਜ਼ ਤੇ ਆਪਣੀ ਮੋਹਰ ਲਾਉਂਦੇ ਆ, ਹੰਕਾਰ ਵਧਾਈ ਜਾਂਦੇ ਆ, ਚਲਾ ਜਾਏ ਤੇ ਰਾਹ ਨਹੀਂ ਲੱਭਦਾ ਕਿ ਹੁਣ ਕੀ ਕਰੀਏ। ਸੋ ਗੁਰੂ ਮਹਾਰਾਜ ਨੇ ਆਖਿਆ ਸਭ ਕੁਝ ਦੇਣਹਾਰ ਉਹ ਹੈ, ਸਭ ਸੁਖ ਦਾਤਾ ਰਾਮ ਹੈ। ਅਗਲਾ ਸ਼ਲੋਕ ਅਸੀਂ ਆਉਂਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਜਿਸ ਕਰਤੇ ਵਾਹਿਗੁਰੂ ਜੀ ਨੇ ਸਾਨੂੰ ਇਹ ਸਾਰੀਆਂ ਦਾਤਾਂ ਦੇ ਕੇ ਨਿਵਾਜਿਆ, ਸੋ ਉਹਦਾ ਸ਼ੁਕਰ ਕਰਨਾ ਬਣਦਾ ਹੈ। ਗੁਰਦੇਵ ਮਹਾਰਾਜ ਜੀ ਨੇ ਇੱਕ ਨਹੀਂ ਬੇਅੰਤ ਥਾਂ ਤੇ ਇਹਦੇ ਜ਼ਿਕਰ ਕੀਤੇ ਨੇ। ਸਬਜ਼ੀਓ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦੀਆ ਅਨ ਰਸ ਭੋਗਾਣੀ। ਜਿਨ ਦੀਏ ਸੋ ਚਿਤ ਨਾ ਆਵੇ, ਪਸ਼ੂ ਹੋ ਕਰ ਜਾਣੀ। ਸੋ ਅਚੇਤ, ਪਸ਼ੂ ਦਾ ਅਰਥ ਹੈ ਅਚੇਤ, ਇਹਨੂੰ ਪਤਾ ਹੀ ਨਹੀਂ ਲੱਗ ਪਾ ਰਿਹਾ। ਸੋ ਗੁਰਬਾਣੀ ਸਾਡੇ ਸਾਹਮਣੇ ਸਾਰੀ ਵਾਰਤਾ ਖੋਲ ਕੇ ਰੱਖਦੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ, ਅਸੀਂ ਸੁਚੇਤ ਹੋ ਸਕੀਏ, ਅਸੀਂ ਅੰਦਰੋਂ ਜਾਗ ਸਕੀਏ। ਸੋ ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।